के जिला होशियारपुर के गांव नीला नलोआ के रहने वाले सेवा मुक्त प्रधानाचार्य तरसेम सिंह जहर मुक्त खेती करके जनजीवन को तंदुरुस्ती का संदेश दे रहे हैं। इस उत्तम कार्य के बदले 22 मार्च 2018 को पंजाब एग्रीकल्चर यूनिवर्सिटी की ओर से इन्हें स्टेट अवार्ड देकर सम्मानित किया जा चुका है। जीवन के 7वें दशक में चल रहे तरसेम सिंह अपने हाथ से खेती करके पंजाब के वातावरण को सुरक्षित बनाने का कार्य कर रहे हैं। इनके संयुक्त परिवार के पास कुल मिलाकर 17 एकड़ की खेती है। कृषि धंधे में पूरे परिवार का बराबर का योगदान है। इनके खेतों में कुदरती खेती के समस्त तौर तरीके देखने को मिलते हैं। तरसेम सिंह अपने खेती उत्पाद को सजा संवार कर बाजार में स्वयं ही बेचते हैं। सबसे पहले बात आती है खाद की। ये अपने फार्म हाउस पर नडेप विधि, वर्मी कंपोस्ट, वर्मी वाश और गोबर से खाद तैयार करके अपने खेतों में इस्तेमाल करते हैं। फसलों को बीमारियों से बचाने के लिए कुदरती तौर तरीके ही इस्तेमाल करते हैं। मैं पिछले 9-10 साल तो ਨੈਚੁਰਲ खेती कर रहा, ਨੈਚੁਰਲ फार्म कर रहा। ਇਹ ਜਿੰਨੀ ਵੀ ਸਾਡੀ ਫਸਲਾਂ ਦੀ ਰਹਿੰਦ ਖੂੰਹਦ ਹੁੰਦੀ ਹੈ, ਅਸੀਂ ਅੱਗ ਨਹੀਂ ਲਾਉਂਦੇ ਉਹਨੂੰ, ਨਾ ਕਿਤੇ ਬਾਹਰ ਸੁੱਟਦੇ ਆ। ਜਿੰਨਾ ਵੀ ਨਰਾਈ ਗੁਡਾਈ ਦਾ ਨਿਕਲਦਾ ਮਾਲ ਉਹ ਅਸੀਂ ਇਹਨਾਂ ਵਿੱਚ ਪਾ ਕੇ ਇਹਦੇ ਤੋਂ ਖਾਦ ਤਿਆਰ ਕਰਦੇ ਆ। ਦੂਸਰਾ ਤੁਹਾਡਾ ਸਵਾਲ ਇਹ ਹੋਣਾ ਹੈ ਕਿ ਇਹਦੇ ਵਿੱਚ ਖਾਦ ਕਿੱਦਾਂ ਬਣ ਜਾਂਦੀ ਹੈ। ਅਸੀਂ ਕੀ ਕਰਦੇ ਹਾਂ, 7-8 ਇੰਚ ਮੋਟੀ ਤਹਿ, ਜਿੱਦਾਂ ਪਹਿਲਾਂ ਮੋਟੀਆਂ ਲੱਕੜੀਆਂ ਦਾ ਭੰਗ ਵੱਢੀ ਹੋਈ ਜਾਂ ਹੋਰ ਕੋਈ ਵੀ ਮੋਟਾ ਮਟੀਰੀਅਲ ਸਾਡੇ ਕੋਲ ਹੋਗਾ, ਜਿੱਦਾਂ ਬੈਂਗਣੇ ਸਬਜ਼ੀਆਂ ਲਾਉਂਦੇ ਆ, ਬੈਂਗਣਾ ਦੇ ਹੋ ਜਾਂਦੇ ਆ, ਉੱਦਾਂ ਦੀ ਤਹਿ ਥੱਲੇ ਲਾ ਦਿੱਤੀ ਆ। ਉਹ ਜਿਹੜੀ ਤਹਿ ਹੁੰਦੀ ਆ ਉਹਨੂੰ ਅਸੀਂ ਦੇਸੀ ਗਾਂ ਦੇ ਗੋਬਰ ਦੇ ਘੋਲ ਨਾਲ ਚੰਗੀ ਤਰ੍ਹਾਂ ਨਾਲ ਭੇ ਲਈਦਾ। ਉਸ ਤੋਂ ਬਾਅਦ ਜੇ ਸਾਡੇ ਕੋਲ ਗੋਬਰ ਹੋਵੇ ਥੋੜ੍ਹਾ ਫਾਲਤੂ ਤਾਂ ਉਹਦੀ ਤਹਿ ਉੱਤੇ ਲਾ ਦੇਦੀ ਆ, ਨਹੀਂ ਤਾਂ ਇਹਦੇ ਤੇ 2-3 ਇੰਚ ਮਿੱਟੀ ਦੀ ਤਹਿ ਉੱਤੇ ਲਾ ਦਿੱਤੀ ਆ ਇਹਦੇ ਤੇ ਪਾ ਕੇ। ਇਹ ਤੋਂ ਬਾਅਦ ਅਗਲੀ ਫਿਰ ਤਹਿ ਉੱਤੇ ਹੋਰ ਲਾ ਦੇਣੀ 6 ਇੰਚ ਮੋਟੀ। ਸੇਮ ਪ੍ਰੋਸੀਜਰ ਪਹਿਲਾਂ ਵਾਲਾ ਹੀ ਉਹਦੇ ਤੇ ਵੀ ਜਿਹੜਾ ਗੋਬਰ ਘੋਲ ਕੇ ਦੇਸੀ ਗਾਂ ਦਾ ਉਹਦੇ ਵਿੱਚ ਭੇ ਦੇਣਾ ਚੰਗੀ ਤਰ੍ਹਾਂ ਨਾਲ। ਇੱਥੋਂ ਤੱਕ ਕਿ ਜਿਹੜੀਆਂ ਇਹਦੀਆਂ ਕੰਧਾਂ ਆ ਉਹ ਵੀ ਅਸੀਂ ਉਸ ਘੋਲ ਨਾਲ ਗਿੱਲੀਆਂ ਕਰ ਲਈਆਂ। ਇੱਦਾਂ ਹੀ ਤਹਾਂ ਤੇ ਤਹਾਂ ਲਾਉਂਦੇ ਜਾਈਦਾ ਉੱਪਰ ਤੱਕ। ਜਦੋਂ ਇਹਦੀ ਉਚਾਈ ਜਿਹੜੀ ਆ ਇਸ ਕੰਧਾਂ ਤੋਂ ਲਗਭਗ 1.5-2 ਫੁੱਟ ਉੱਚੀ ਹੋ ਜਾਂਦੀ ਹੈ, ਫਿਰ ਅਸੀਂ ਇਹਦੇ ਤੇ ਮਿੱਟੀ ਪਾ ਕੇ ਇਹਨੂੰ ਉੱਤੋਂ ਲਿਪ ਦਈਦਾ। ਇਹ ਜਿਹੜਾ ਪ੍ਰੋਸੀਜਰ ਆ ਇਦਾਂ ਕਰਨ ਨਾਲ 3 ਮਹੀਨੇ ਤੋਂ 3-3.5 ਮਹੀਨੇ ਬਾਅਦ ਇਹ ਸਾਰਾ ਕੁਝ ਜਿਹੜਾ ਇੱਕ ਵਧੀਆ ਖਾਦ ਦੇ ਵਿੱਚ ਤਿਆਰ ਹੋ ਜਾਂਦਾ। ਉਹਨੂੰ ਅਸੀਂ ਖੇਤਾਂ 'ਚ ਵਰਤਦੇ ਹਾਂ, ਕਿਉਂਕਿ ਹਰੀ ਖਾਦ ਦੀ ਮਹੱਤਤਾ ਤਾਂ ਹੈ ਹੀ ਹੈ। ਅਸੀਂ ਹਰਾ ਮਟੀਰੀਅਲ ਦੇ ਵਿੱਚ ਪਾ ਕੇ ਉੱਥੋਂ ਖਾਦ ਤਿਆਰ ਕਰ ਲੈਂਦੇ ਹਾਂ। ਅਗਲਾ ਤੁਸੀਂ ਪੁੱਛੋਗੇ ਮੈਨੂੰ ਵੀ ਆ ਇਹਦੇ ਵਿੱਚ ਝੁਰੋਖੇ ਕਾਹਤੋਂ ਰੱਖੇ ਆ। ਇਹ ਜਿਹੜੇ ਹੈਗੇ ਆ ਇਹ ਆਕਸੀਡੇਸ਼ਨ ਲਈ ਆ। ਕੋਈ ਵੀ ਜਿਹੜਾ ਜੀਵਾਣੂ ਹੋਗਾ ਜਦੋਂ ਜ਼ਿਆਦਾ ਹੀਟ ਅਪ ਹੋ ਜਾਂਦਾ ਤੇ ਉਹ ਖਤਮ ਹੋ ਜਾਂਦਾ। ਇੱਥੋਂ ਦੀ ਹਵਾ ਅੰਦਰ ਜਾਣ ਦੇ ਨਾਲ ਜਿੰਨੇ ਵੀ ਜੀਵਾਣੂ ਉਹ ਜੀਵਤ ਰਹਿੰਦੇ ਆ ਤੇ ਇਹਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਆ। ਇਹ ਜਿਹੜਾ ਵਰਮੀ ਕੰਪੋਸਟ ਅਸੀਂ ਤਿਆਰ ਕਰਦੇ ਹਾਂ ਨਾ ਜੀ, ਇਹਦੀ ਜਿਹੜੀ ਆਮ ਰੂੜੀ ਆ ਉਹਦੇ ਨਾਲੋਂ ਇਹਦੀ ਗੁਣਵੱਤਾ ਜਿਹੜੀ ਹੈਗੀ ਉਹ ਜ਼ਿਆਦਾ ਆ। ਇਸ ਕਰਕੇ ਅਸੀਂ ਇਹ ਜਿਹੜਾ ਵਰਮੀ ਕੰਪੋਸਟ ਹੈਗਾ ਲਗਭਗ ਇਹ ਕੋਈ 12-14 ਸਾਲ ਤੋਂ ਤਿਆਰ ਕਰ ਰਹੇ ਹਾਂ। ਤਾਂ ਅਸੀਂ ਵੇਚਦੇ ਨਹੀਂਗੇ। ਕੋਈ ਤੁਹਾਡੇ ਵਰਗਾ ਸੱਜਣ ਮਿੱਤਰ ਆ ਜਾਵੇ ਕਿਸੇ ਨੇ ਗਮਲਿਆਂ 'ਚ ਪਾਉਣਾ ਹੋਵੇ ਤਾਂ ਉਹਨੂੰ ਦੇ ਦਈਦਾ ਅਤੇ ਪੈਸੇ ਨਹੀਂ ਲਈਦੇ ਵੈਸੇ। ਇਹ ਸਿਰਫ ਸਾਡੇ ਅਸੀਂ ਆਪਣੀ ਜਿਹੜੀਆਂ ਸਬਜ਼ੀਆਂ ਤਿਆਰ ਕਰਦੇ ਹਾਂ, ਆਪਣੇ ਬੂਟੇ ਤਿਆਰ ਕਰਦੇ ਹਾਂ, ਉਹਨਾਂ ਨੂੰ ਪਾਉਂਦੇ ਹਾਂ। खेत में मिट्टी की नमी को बरकरार रखने के लिए और नदीनों की रोकथाम के लिए खेत में धान की पुआल की बिछाई कराते हैं। यही पुआल बाद में खाद का रूप ले लेती है, तब पौधे भी तेजी से बढ़ते हैं। पुआल के सदुपयोग के और भी बहुत से लाभ गिनाते हैं तरसेम सिंह। बताते हैं कि पहले वो शिमला मिर्च की खेती करते थे, लेकिन अच्छा भाव ना मिलने पर टमाटर की खेती शुरू की। टमाटर को निमाटोड की बीमारी लग गई, बहुत नुकसान हुआ। तब माहिरों की राय पर गेंदे और लहसुन की खेती शुरू की, तब जाकर बचाव हुआ। बताते हैं कि प्रशिक्षण शिविर में भी यही बताया गया था कि अगर गेंदे या नीम का रस ड्रिप सिस्टम द्वारा टमाटरों को दिया जाए तो बीमारी नहीं आएगी। ਪਹਿਲਾਂ ਇਸ ਨੈੱਟ ਵਿੱਚ ਅਸੀਂ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਸੀ।
ਉਸ ਤੋਂ ਬਾਅਦ ਟਮਾਟਰ ਦਾ ਭਾਅ ਸੁਣ ਕੇ ਟਮਾਟਰ ਬਾਰੇ ਗੱਲਾਂ ਹੋਣ ਲੱਗੀਆਂ, ਅਸੀਂ ਟਮਾਟਰਾਂ ਦੀ ਖੇਤੀ ਸ਼ੁਰੂ ਕੀਤੀ। ਔਰ ਪਹਿਲਾਂ ਮੈਂ ਬਿਲਕੁਲ ਇਹ ਨੈੱਟ ਟਮਾਟਰਾਂ ਦੇ ਇੱਕ ਦੀ ਥਾਂ ਤੇ ਦੋ ਲਾਏ ਸੀ, ਔਰ ਦੋਨਾਂ ਵਿੱਚ ਬਿਮਾਰੀ ਇੱਦਾਂ ਦੀ ਪੈ ਗਈ, ਜੜ੍ਹਾਂ 'ਚ ਨਿਮਾਟੋਡ ਆ ਗਏ, ਉਹ ਸਾਰੇ ਦੇ ਸਾਰੇ ਹੀ ਬਹਿ ਗਏ। ਫਿਰ 2 ਸਾਲ ਦਾ ਵਕਫਾ ਪਾਇਆ ਇਹਨਾਂ ਵਿੱਚ। ਅੱਜ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ, ਇਹ ਫਸਲ ਇਸ ਕਰਕੇ ਖੜੀ ਹੈ ਕਿ ਇਹ ਡਾਕਟਰ ਸਾਹਿਬਾਨ ਖੜੇ ਆ, ਇਹਨਾਂ ਦੀ ਮਿਹਰਬਾਨੀ ਨਾਲ ਹੀ ਹੈ। ਇਹ ਮੈਨੂੰ ਦੱਸਿਆ ਗਿਆ ਕਿ ਤੁਸੀਂ ਇਹਨਾਂ ਦੇ ਨਾਲ ਜੇ ਗੇਂਦਾ ਲਾਓ ਤੇ ਗੇਂਦੇ ਦੇ ਲਾਗੇ ਨਿਮਾਟੋਡ ਨਹੀਂ ਆਉਂਦੇ, ਜਾਂ ਇਹਦੇ ਵਿੱਚ ਲਸਣ ਲਾਓ ਫੇਰ ਨਹੀਂ ਆਉਂਦੇ। ਇਹ ਦੋਨੇ ਚੀਜ਼ਾਂ ਆਪਾਂ ਲਾਉਂਦੇ ਰਹੇ। ਤੇ ਆਮ ਤੌਰ ਤੇ ਮੈਂ ਕੈਂਪ ਅਟੈਂਡ ਕਰਦਾ ਰਹਿਣਾ, ਜਿਹੜਾ ਵੀ ਲੱਗੇ। ਉੱਥੇ ਡਾਕਟਰ ਬਲਵਿੰਦਰ ਹੁਣੀ ਇੱਕ ਹੋਰ ਦੱਸਿਆ ਸੀ ਕਿ ਤੁਸੀਂ ਜੇ ਵਾਰੀ ਇੱਕ ਵਾਰੀ ਇਹਦਾ ਗੇਂਦੇ ਦਾ ਐਕਸਟ੍ਰੈਕਟ ਕੱਢ ਕੇ, ਇੱਕ ਵਾਰੀ ਨਿੰਮ ਦਾ ਐਕਸਟ੍ਰੈਕਟ ਕੱਢ ਕੇ ਡ੍ਰਿਪ ਰਾਹੀਂ ਜੇ ਦਿੰਦੇ ਰਹੋ ਤੇ ਨਿਮਾਟੋਡ ਨੇੜੇ ਨਹੀਂ ਆਉਂਦੇ। ਮੈਂ ਇਸੇ ਫਾਰਮੂਲੇ ਤੇ ਲੱਗ ਗਿਆ ਤੇ ਆਹ ਜਿਹੜੀ ਸਾਡੀ ਫਸਲ ਆ ਬੜੀ ਵਧੀਆ ਲੱਗਦੀ, ਦੇਖ ਰਹੇ ਹੋ। ਤੇ ਇਦਾਂ ਹੀ ਹੁਣ ਅਗਲੇ ਨੈੱਟ ਵਿੱਚ ਮੈਂ ਸ਼ਿਮਲਾ ਮਿਰਚ ਲਾਈ ਆ, ਤੇ ਇਹਦੇ ਵਿੱਚ ਤੁਸੀਂ ਹੋਰ ਵੀ ਦੇਖਿਆ ਹੋਊਗਾ, ਜਿੱਥੇ ਖੜੇ ਆਪਾਂ ਆਹ ਥੱਲੇ ਮਲਚਿੰਗ ਕੀਤੀ ਗਈ ਆ ਪਰਾਲੀ ਦੀ, ਜਿਹੜੀ ਕਿ ਲੋਕਾਂ ਲਈ ਸਿਰਦਰਦੀ ਬਣੀ ਪਈ ਹੈ। ਪਰ ਸਾਨੂੰ ਇਹਨੇ ਬੜਾ ਫਾਇਦਾ ਦਿੱਤਾ, ਔਰ ਇਹ ਪਰਾਲੀ ਦੇ ਨਾਲ ਇਹਨਾਂ ਦੀ ਗਰੋਥ ਜਿਹੜੀ ਆ ਵਧੀ ਹੈ ਮਲਚਿੰਗ ਕਰਨ ਨਾਲ। ਤੇ ਦੂਸਰਾ, ਇਹ ਜਿਹੜੀ ਪਰਾਲੀ ਆ ਗਲ ਕੇ ਸਾਡੇ ਲਈ ਢੇਰ ਬਣ ਜਾਣ, ਫਾਸਫੋਰਸ ਦੀ ਕਮੀ ਪੂਰੀ ਕਰ ਦੇਣੀ। ਸਾਨੂੰ ਕਿਸੇ ਵੀ ਕੈਮੀਕਲ ਦੀ ਲੋੜ ਨਹੀਂ ਪੈਣੀ, ਤੇ ਨਾ ਅਸੀਂ ਕੈਮੀਕਲ ਵਰਤਦੇ ਹਾਂ, ਨਾ ਗਾਹਾਂ ਵਰਤਣੇ ਆ। तरसेम सिंह अपने 4 नेट हाउस में ग्राहकों की मांग पर सब्जियां उगाकर सजा समाकर ग्राहकों तक पहुंचाते हैं। ਅਸੀਂ ਸੈਲਫ ਮਾਰਕੀਟਿੰਗ ਕਰਦੇ ਹਾਂ। ਅਸੀਂ ਲੋਕਾਂ ਦੀ ਡਿਮਾਂਡ ਦੇਖ ਕੇ ਫਸਲ ਉਗਾਉਂਦੇ ਹਾਂ। ਪਹਿਲਾਂ ਅਸੀਂ ਇੰਨੀ ਕੁ ਲੋਕ ਚੱਕਣਗੇ, ਤਦ ਨੂੰ ਇਹ ਖਤਮ ਹੋ ਜਾਣਗੇ, ਫਿਰ ਸਾਡੇ ਆਹ ਚੱਲ ਪੈਣਗੇ, ਤੇ ਲੋਕਾਂ ਨੂੰ ਅਸੀਂ ਕਿਸੇ ਤਰ੍ਹਾਂ ਦਾ ਵੀ ਮਤਲਬ ਤੋੜ ਨਹੀਂ ਆਉਣ ਦਿਆਂਗੇ। ਇਸ ਕਰਕੇ ਇਹ ਜਿਹੜਾ ਨੈੱਟ ਆ, ਤੁਸੀਂ ਜਿੱਥੇ ਖੜੇ ਆ, ਇਹ ਇਸੇ ਢੰਗ ਨਾਲ ਤਿਆਰ ਕੀਤਾ ਗਿਆ ਹੈ। इनके पास इस बार 4 एकड़ का रकबा गन्ने के अधीन है। इनके द्वारा तैयार गुड़ की अनेक किस्में और व्यंजन बहुत ही पसंदीदा होते हैं। खास करके गुड़ के लॉलीपॉप और टॉफियाँ बहुत पसंद की जाती हैं। अपने खेत में तैयार उड़द, मूंग, मसूर और चने की दाल को सजा समाकर किसान हट पर ले जाकर बेचते हैं। इनके फार्म हाउस में पल रही देसी नस्ल की गाय दूध भी पिलाती है और खेतों की मिट्टी की उपजाऊ शक्ति को बढ़ाने में भी सहायक है। ਇੱਥੇ ਜੈਵਿਕ ਖੇਤੀ ਦੀ ਗੱਲ ਹੁੰਦੀ ਹੈ, ਉਹਦੇ ਨਾਲ ਹੀ ਜ਼ਿਮੀਂਦਾਰ ਇਹ ਸੋਚਦਾ ਵੀ ਜੈਵਿਕ ਖੇਤੀ ਕਰਨ ਦੇ ਨਾਲ ਕਿਸਾਨ ਨੂੰ ਘਾਟਾ ਪਏਗਾ। ਇਸੇ ਕਰਕੇ ਜਿਹੜਾ ਉਹ ਹਿੰਮਤ ਛੱਡ ਦਿੰਦਾ ਆ। ਔਰ ਅੱਜ ਇੱਕ ਜਿੰਦੀ ਜਾਗਦੀ ਉਦਾਹਰਨ, ਅਸੀਂ ਅੱਜ ਪਿੰਡ ਨੀਲਾ ਨਲੋਆ ਸਰਦਾਰ ਤਰਸੇਮ ਸਿੰਘ ਜੀ ਉਹਨਾਂ ਦੇ ਫਾਰਮ ਤੇ ਆਏ ਹਾਂ। ਔਰ ਇਹ ਕੋਈ ਪਿਛਲੇ 10 ਸਾਲ ਤੋਂ ਜੈਵਿਕ ਖੇਤੀ ਕਰ ਰਹੇ ਆ। ਪਹਿਲਾਂ ਇਹਨਾਂ ਨੇ 2 ਕਿੱਲੇ ਤੋਂ ਵਧਾ ਕੇ ਹੁਣ ਇਹ ਆਪਣਾ 15 ਕਿੱਲੇ ਤੱਕ ਲੈ ਆਏ ਆ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਇਹ ਹੋਇਆ ਵੀ ਇਹਨਾਂ ਨੂੰ ਪਹਿਲਾਂ ਠੀਕ ਹੈ ਵੀ ਮੁਸ਼ਕਲਾਂ ਆਈਆਂ, ਪਹਿਲਾਂ ਇਹਨਾਂ ਨੇ ਹਿੰਮਤ ਵੀ ਹਾਰੀ, ਕਿਉਂਕਿ ਇਹਦੇ ਵਿੱਚ ਲੋਕਾਂ ਨੇ ਵੀ ਮਖੌਲ ਕੀਤੇ, ਪਰ ਇਹਨਾਂ ਨੇ ਹਿੰਮਤ ਨਹੀਂ ਛੱਡੀ। ਔਰ ਹਿੰਮਤ ਨਾ ਛੱਡਣ ਕਰਕੇ ਇਹਨਾਂ ਨੇ ਜਿਹੜਾ ਪੂਰਾ ਲਗਨ ਦੇ ਨਾਲ ਕੰਮ ਕਰਦੇ ਰਹੇ। ਔਰ ਅੱਜ ਇਹ ਇਸ ਇਲਾਕੇ ਵਿੱਚ ਹੁਣ ਇੱਕ ਮੰਨੇ ਪ੍ਰਮੰਨੇ ਇੱਕ ਜ਼ਿਮੀਂਦਾਰ ਬਣ ਕੇ ਉੱਭਰੇ ਆ। ਜਿੱਥੇ ਇਹਨਾਂ ਨੇ ਆਪਣੇ ਖਰਚੇ ਘਟਾਏ ਆ, ਉਹਦੇ ਨਾਲ ਹੀ ਇਹਨਾਂ ਨੇ ਪਰ ਏਕੜ ਆਮਦਨ ਵੀ ਵਧਾਈ ਆ। ਔਰ ਇਹਨਾਂ ਦੀ ਪੈਦਾਵਾਰ, ਜਿਵੇਂ ਕਿ ਅਸੀਂ ਮਾਰਕੀਟਿੰਗ ਦੀ ਸਮੱਸਿਆ ਦੀ ਗੱਲ ਕਰਦੇ ਹਾਂ, ਹਰ ਜ਼ਿਮੀਂਦਾਰ ਕਹਿੰਦਾ ਵੀ ਸਾਡੀ ਮਾਰਕੀਟਿੰਗ ਵਿਕਦਾ ਨਹੀਂ। ਔਰ ਇਹਨਾਂ ਵਾਸਤੇ ਇਹਨਾਂ ਨੇ ਆਪਣਾ ਇੰਨਾ ਜ਼ਿਆਦਾ ਰੈਪੂਟੇਸ਼ਨ ਬਣਾ ਚੁੱਕੇ ਆ, ਤੇ ਇਹਨਾਂ ਨੂੰ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਆ ਰਹੀ।